ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਟਾਈਮ। ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਦੇ ਡਰ ਦੀ, ਕਿਉਂਕਿ ਚੀਨ ਦੇ ਵਿੱਚ ਫੈਲੇ ਕਰੋਨਾ ਦੇ ਕਾਰਨ ਦੁਨੀਆ ਦੇ ਕਈ ਦੇਸ਼ਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਹੈ। ਇਸ ਮੁੱਦੇ ਤੇ ਅੱਜ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਬੈਠਕਾਂ ਹੋਈਆਂ ਅਤੇ ਨਾਲ ਹੀ ਸਦਨ ਦੇ ਅੰਦਰ ਵੀ ਇਹ ਮੁੱਦਾ ਗੂੰਜਦਾ ਹੋਇਆ ਨਜ਼ਰ ਆਇਆ। ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਪੰਜਾਬ ਵਿੱਚ ਆਉਣ ਵਾਲੇ ਨਿਵੇਸ਼ ਦੀ, ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਬਾਹਰੀ ਸੂਬਿਆਂ ਵਿੱਚ ਜਾ ਕੇ ਬੈਠਕਾਂ ਕਰ ਰਹੇ ਨੇ ਤਾਂ ਦੂਜੇ ਪਾਸੇ ਪੰਜਾਬ ਦੇ ਹੀ ਉਦਯੋਗਪਤੀ ਉੱਤਰ ਪ੍ਰਦੇਸ਼ ਅੰਦਰ ਨਿਵੇਸ਼ ਲਈ ਹਾਮੀ ਭਰ ਰਹੇ ਨੇ ਤੇ ਨਾਲ ਹੀ ਗੱਲ ਡਰੋਨ ਦੀ ਦਸਤਕ ਦੀ ਵੀ। ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰਾਈਮ ਟਾਈਮ ਦੀ। ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ ਨੇ ਅੱਜ ਇੱਕ ਵਾਰ ਫਿਰ ਸਦਨ ਦੇ ਅੰਦਰ ਪੰਜਾਬ ਅਤੇ ਦੇਸ਼ ਦੇ ਨਾਲ ਜੁੜੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਅਤੇ ਸਦਨ ਦੇ ਰਾਹੀਂ ਕੁਝ ਮੰਗਾਂ ਵੀ ਰੱਖੀਆਂ। ਰਾਘਵ ਚੱਡਾ ਨੇ ਸਭ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਦੇਣ ਦੀ ਮੰਗ ਕੀਤੀ। ਸੰਸਦ ਮੈਂਬਰ ਨੇ ਰਾਜ ਸਭਾ ਦੇ ਸਪੀਕਰ ਸਾਹਮਣੇ ਕਿਹਾ ਕਿ ਖਾਲਸਾ ਪੰਥ ਦਾ ਸਾਜਨਾ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਕ ਮਾਨਮਤਾ ਸਿੱਖ ਇਤਿਹਾਸ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇ ਕੇ ਉੱਥੇ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ। ਇਸ ਦੇ ਨਾਲ ਹੀ ਰਾਘਵ ਚੱਡਾ ਨੇ ਚੀਨ ਦੇ ਅੰਦਰ ਲਗਾਤਾਰ ਵੱਧ ਰਹੇ ਕਰੋਨਾ ਦੇ ਮਾਮਲਿਆਂ ਤੇ ਵੀ ਚਿੰਤਾ ਜ਼ਾਹਿਰ ਕੀਤੀ। ਰਾਘਵ ਚੱਡਾ ਨੇ ਮੰਗ ਕੀਤੀ ਕਿ ਚੀਨ ਤੋਂ ਭਾਰਤ ਆਉਣ ਵਾਲੀ ਫਲਾਈਟਾਂ ਤੇ ਸਰਕਾਰ ਨੂੰ ਤੁਰੰਤ ਰੋਕ ਲਾ ਦੇਣੀ ਚਾਹੀਦੀ ਹੈ, ਕਿਉਂਕਿ ਚੀਨ ਦੇ ਰਾਹੀਂ ਭਾਰਤ ਆਉਣ ਵਾਲੇ ਲੋਕ ਨਵੇਂ ਵੇਰੀਐਂਟ ਨੂੰ ਫੈਲਾਉਣ ਲਈ ਖਤਰਨਾਕ ਸਾਬਤ ਹੋ ਸਕਦੇ ਨੇ। ਕੀ ਕੁਝ ਕਿਹਾ ਰਾਘਵ ਚੱਡਾ ਨੇ, ਆਓ ਸੁਣ ਲੈਂਦੇ ਹਾਂ। सर आज जो सवाल पूछने के लिए मैं खड़ा हुआ हूं ये आज के क्वेश्चन सर वही पूछ रहा हूं सर, देश और दुनिया के करोड़ों लोगों की आस्था से जुड़ा हुआ है सर। पंजाब में श्री अनंतपुर साहब में स्थित तख्त श्री केशगढ़ साहब वो पवित्र स्थान है जहां गुरु गोबिंद सिंह जी ने 13 अप्रैल 1699 को खालसा पंथ की स्थापना करी थी। यहाँ होला मोहल्ला भी बहुत बड़ा होता है, यहाँ लोग लाखों लोग मत्था टेकने आते हैं, परमात्मा से आशीर्वाद लेने गुरु साहब के यहाँ मत्था टेकते हैं। मेरा मंत्री जी से सवाल यह है कि क्या श्री अनंतपुर साहब को हेरिटेज सिटी का दर्जा देकर और वहां स्पेशल फंड्स देकर विकास कार्य कर उसे एक बहुत ही विश्व प्रसिद्ध हेरिटेज सिटी बनाने के लिए अगर कोई कदम माननीय वित्त मंत्री जी उठा रहे हैं। मिस्टर राघव चड्ढा, I'll come to you, श्री राघव चड्ढा। सर मैं सबसे पहले आपका धन्यवाद करता हूं, आपने मेरे को क्लैरिफिकेशन पूछने का मौका दिया। सर मेरा 267 भी इसी विषय पे था और मैं माननीय स्वास्थ्य मंत्री जी जो आज सदन में बयान दे रहे हैं उनके बयान का स्वागत करते हुए दो बातें रखना चाहता हूं सर। पहली चीज सर, चाइना से जो वीडियोस और जो न्यूज रिपोर्ट सामने आ रही हैं वो ये दिखा रहा है कि वैक्सीनेशन होने के बाद भी, वैक्सीनेशन का आपका स्टेटस जो भी हो उसके बाद भी ये वायरस लगातार हमला कर रहा है और जो तस्वीरें आ रही हैं वो दिखा रहा है कि चाइना का हेल्थ सिस्टम पूरी तरीके से ओवरवेल्म हो गया है। तो हमारी प्रिपेयर्डनेस क्या है उस बारे में बताएं। और आखिरी मेरा एक पॉइंट ये रहेगा सर कि अंग्रेजी में कहावत है प्रिकॉशन इज बेटर देन क्योर। अगर हम चाइना से आने वाली फ्लाइट्स को बैन कर दें, उस पर रोक लगा दें, तो कम से कम जो सबसे ज्यादा इफेक्टेड कंट्री है वहां से आवाजाही बंद हो जाएगी, तो बहुत चीजें प्रिवेंट हो सकती हैं। ये मेरा सुझाव रहेगा माननीय स्वास्थ्य मंत्री। श्री तिरुचि शिवा। ਦੇਸ਼ ਦੇ ਅੰਦਰ ਕਰੋਨਾ ਦੀ ਸਥਿਤੀ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਕੁਝ ਮੈਂਬਰਾਂ ਵੱਲੋਂ ਚੁੱਕੇ ਗਏ ਸਵਾਲਾਂ ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਜਵਾਬ ਦਿੱਤਾ। ਮਾਂਡਵੀਆ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਚੀਨ ਤੋਂ ਕੋਈ ਵੀ ਸਿੱਧੀ ਫਲਾਈਟ ਭਾਰਤ ਨਹੀਂ ਆ ਰਹੀ। ਹੋਰਨਾਂ ਦੇਸ਼ਾਂ ਤੋਂ ਹੋ ਕੇ ਜੋ ਵੀ ਫਲਾਈਟ ਦੇਸ਼ ਦੇ ਅੰਦਰ ਆ ਰਹੀਆਂ ਨੇ ਉਹਨਾਂ ਯਾਤਰੀਆਂ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਕੌਮਾਂਤਰੀ 에ਅਰਪੋਰਟ ਤੇ ਫਿਲਹਾਲ ਰੈਂਡਮ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ ਤੇ ਸਾਰੇ ਵਿਦੇਸ਼ੀ ਯਾਤਰੀਆਂ ਦੀ ਕਰੋਨਾ ਜਾਂਚ ਵੀ ਕਰਵਾਈ ਜਾ ਸਕਦੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਾਰੇ ਹਸਪਤਾਲਾਂ, ਆਕਸੀਜਨ ਸੈਂਟਰਾਂ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਲੈ ਕੇ ਸਾਰੇ ਪ੍ਰਬੰਧ ਪੂਰੇ ਨੇ। ਉਹਨਾਂ ਕਿਹਾ ਕਿ ਜ਼ਰੂਰਤ ਪੈਣ ਤੇ ਭਾਰਤ ਸਰਕਾਰ ਗੁਆਂਢੀ ਮੁਲਕਾਂ ਦੀ ਵੀ ਮਦਦ ਕਰਨ ਲਈ ਤਿਆਰ ਹੈ। ਉਹਨਾਂ ਇਸ਼ਾਰੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੇ ਵੀ ਸਵਾਲ ਖੜੇ ਕੀਤਾ ਹੈ। ਕੀ ਕੁਝ ਬੋਲੇ ਕੇਂਦਰੀ ਸਿਹਤ ਮੰਤਰੀ, ਆਓ ਸੁਣ ਲੈਂਦੇ ਹਾਂ। जो मैंने स्टेटमेंट दिया उसके पर क्लैरिफिकेशन पूछते हुए हमारे चड्ढा जी ने कहा कि जो चाइना में जिस तरह से मीडिया न्यूज़ बन रही है और जिस तरह से वहाँ बीमारी फैल रही है उसको देखते हुए चाइना से
जो भी फ्लाइट आती है उसको टेस्टिंग करना चाहिए। माननीय चेयरमैन सर, हम इस विषय पर बहुत जागरूकता से काम कर रहे हैं। नहीं केवल चाइना से हिंदुस्तान में डायरेक्ट फ्लाइट तो आज के दिन में नहीं आती है, लेकिन वाया होके आती है। लेकिन जैसा दुनिया में केस बढ़ने लगा, हमें बेस्ट कोविड मैनेजमेंट का भी एक अनुभव रहा पिछले 2 साल से, और कोविड के लिए क्या क्या प्रिकॉशन लेना चाहिए सारी दुनिया के साथ लगातार मैं एज ए हेल्थ मिनिस्टर बात कर रहा हूँ, WHO से बात कर रहा हूँ, तो उससे पता चलता है कि कौन सी दिशा में आगे बढ़ रहा है कोविड क्राइसिस। उसको देखते हुए जो भी प्रिकॉशन लेने की आवश्यकता है वो लेना हमने ऑलरेडी चालू कर दिया है। आज प्राइमरी स्टेज पर कोई भी यहाँ ट्रैवलर आते हैं, नहीं केवल चाइना, कहाँ से भी आते हो, तो भी हम 2% रैंडम सैंपलिंग करना चालू ऑलरेडी कर दिया है, और आने वाले दिनों में उसको धीरे धीरे आगे बढ़ा के आवश्यकता के अनुसार कंपलसरी करना पड़े तो भी कंपलसरी करेंगे। दोनों चीज़ को हमें देखना है, देश में कोई अननोन वायरस घुस भी ना जाए और ट्रैवलिंग में बाधा भी ना हो। दोनों चीज़ों को देखते हुए हम उस दिशा में काम कर रहे हैं ताकि देश में कोई नया वेरिएंट ना आ जाए। प्रिकॉशन जो हमारे तिरुचि शिवाजी ने कहा कि क्या तैयारी है, ऑक्सीजन है नहीं है, कोई दिक्कत होगी, हमने आज से नहीं कल तो विषय इसलिए उठा कि मेरी एक जिम्मेदारी बन गई कि सम्मानीय 3 सांसद ने राजस्थान से मुझे पत्र लिखा और उन्होंने मुझे कहा कि राजस्थान में जो यहाँ भारत जोड़ो यात्रा पास हुई और कई लोग ये यात्रा में शामिल हुए, शामिल होने के बाद वो पॉजिटिव पाए गए। सम्मानीय मुख्यमंत्री हिमाचल भी पॉजिटिव पाए गए यात्रा में भाग लेने के बाद। तो मुझे कहा कि उसके लिए प्रिकॉशन लेना चाहिए, आपको उसके लिए कुछ न कुछ करना चाहिए। तो मेरी जिम्मेवारी थी कि मैं राज्य के मुख्यमंत्री को लिखूं और यात्रा जो कर रहे हैं इसे उसके कन्वीनर को भी लिखूं कि उसके ऊपर प्रिकॉशन, उसके ऊपर जरा कोविड प्रोटोकॉल का पालन करें। मैं बात में पॉलिटिक्स में नहीं जाना चाहता हूं, लेकिन एज ए हेल्थ मिनिस्टर मेरा दायित्व है कि देश में कोविड ना फैले और उसके लिए मैं जागरूकता से काम करने की कोशिश की। लेकिन खास लोग थे, मैं क्या करूं अध्यक्ष जी, चेयरमैन साहब, खास लोगों के मैंने बोल दिया तो खास लोगों के फेवर में लोग निकल पड़े और नहीं बोलने की भाषा में मुझे और प्रधानमंत्री जी के बारे में भी टिप्पणी कर दी। वो एक बात है, लेकिन जब से कोविड चालू हुआ, फर्स्ट सेकंड वेव और थर्ड वेव, अभी थर्ड सर्ज वेव तो नहीं था, हमने कभी कोविड क्राइसिस पर पॉलिटिक्स नहीं किया था और नहीं हम करना चाहते हैं। आज देश में हर हॉस्पिटल में, जो बड़ी हॉस्पिटल है वहां PSA ऑक्सीजन प्लांट लगाया है। मैं रेगुलर मिनिस्ट्री से हर 15 दिन में रिव्यू करता हूं कि बंद तो नहीं हो गया है ना, चालू है ना, क्योंकि उसको चलाने के लिए भी बहुत बड़ा खर्च होता है और रिक्वायरमेंट हॉस्पिटल की कम होती है, तो अनलेस अनयूज पड़ा रहता है, तो समय पे हम उसका उपयोग कर पाए, इसलिए हमने रेगुलर उसका फॉलोअप भी लिया है। और उसके साथ फॉलोअप लेने के बाद मेरे संज्ञान में आया चेयरमैन सर कि ये प्लांट में चलाने में खर्च है, हॉस्पिटल की रिक्वायरमेंट कम है, तो क्या करें। तो मैंने कहा कि आप उसको PPP मोड से किसी को चलाना दे दो ताकि वहां से ऑक्सीजन उसमें से बनने वाला ऑक्सीजन का उपयोग करके दूसरी जगह पे भी वो बेचे और उसको अच्छी तरह से चलाए, ताकि हॉस्पिटल को आवश्यकता हो तब वो बंद ना हो। इसलिए ऑक्सीजन प्लांट भी सारा चालू है। देश में सभी अस्पताल में पर्याप्त मात्रा में मेडिसिन का भी हमने रिव्यू कर लिया है, मेडिसिन प्रोडक्शन का भी हमने रिव्यू कर लिया है। आज दुनिया में मेडिसिन की क्राइसिस होने लगी है, तो हम तो वसुधैव कुटुंबकम की भावना से काम करने वाले लोग हैं। हम तो हमारे घर के द्वार पर लाभ शुभ लिखते हैं, हम केवल लाभ की बात करने वाले लोग नहीं हैं। जब लास्ट दुनिया में मेडिसिन की क्राइसिस हुई थी तब प्रधानमंत्री जी ने मुझे निर्देश दिया था कि नहीं केवल भारत की रिक्वायरमेंट को पूरी करना है लेकिन दुनिया को भी मदद करना है। 150 कंट्री में हमने मेडिसिन सप्लाई की थी। और चेयरमैन साहब, केवल मेडिसिन सप्लाई की ऐसा नहीं, क्राइसिस थी तो हम प्राइस भी बढ़ा सकते थे। दुनिया आज हिंदुस्तान की वाहवाही इसलिए कर रही है, ऐसी स्थिति में इंडिया ने प्राइस नहीं बढ़ाया और सस्ती मेडिसिन दी। दूसरा, उस वक्त हमने भी कई कंट्री से कई चीजें इंपोर्ट की थी और वो कई बार पुरियस भी पाई गई। 150 कंट्री में से कोई भी कंट्री की शिकायत नहीं आई कि इंडिया से आई हुई कोई भी मेडिसिन पुरियस हो। ये 2 काम हमने करके दुनिया को दिखाया और आज हम तैयार हैं हमारे देश की मेडिसिन की रिक्वायरमेंट पूरी करें। आज हम तैयार हैं देश की वैक्सीन की रिक्वायरमेंट पूरी करें और आज हम तैयार हैं आने वाले दिनों में, आज एक्सपर्ट कमेटी ने उसको अनुमोदित कर दिया है नेशनल वैक्सीन को, वो भी आ जाएगा। तो उसमें कोई इंजेक्शन लेना नहीं है, नोज में ड्रॉप डाल देना है, आप सिक्योर हो गए।
ये भी भारतीय साइंटिस्ट लोगों ने विकसित कर दिया है। ये हमारे साइंटिस्ट की उपलब्धि है। कहने का मतलब ये है कि कोविड के सामने लड़ने के लिए पूरी तैयारी हमने की है, लेकिन भी ये वायरस बार बार म्यूटेट होता रहता है, अपना स्वरूप बदलता रहता है। हम सब लोगों की जिम्मेवारी, हम नहीं कहते कि हमने ही सब कुछ कर दिया, हम कहते हैं कि सब लोगों ने साथ में मिलकर किया है। और आने वाले दिनों में भी एक क्राइसिस आगे बढ़े तो सारा देश एक होके फर्स्ट और सेकंड वेव का जैसा सामना किया है वैसा सामना कर सके, इसलिए पूरी तैयारी भारत की सरकार की ओर से हमने कर लिया है। ਤੇ ਕਰੋਨਾ ਨੂੰ ਲੈ ਕੇ ਅਲਰਟ ਭਰੇ ਹਾਲਾਤਾਂ ਦੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਅੱਜ ਹਾਈ ਲੈਵਲ ਮੀਟਿੰਗ ਸੱਦੀ ਗਈ। ਇਸ ਮੀਟਿੰਗ ਤੋਂ ਬਾਅਦ ਕੇਜਰੀਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ। ਦਿੱਲੀ ਵਿੱਚ ਕਰੋਨਾ ਦਾ BF7 ਦਾ ਕੋਈ ਵੀ ਕੇਸ ਨਹੀਂ ਹੈ। ਅਸੀਂ ਪੂਰੀ ਤਿਆਰੀ ਕਰ ਲਈ ਹੈ। ਪਿਛਲੀ ਵਾਰ ਦੇਖਿਆ ਗਿਆ ਸੀ ਕਿ ਆਕਸੀਜਨ ਸਿਲੰਡਰ ਨੂੰ ਲੈ ਕੇ ਕਾਫੀ ਦਿੱਕਤ ਆ ਰਹੀ ਸੀ, ਪਰ ਇਸ ਵਾਰ ਇਸ ਦੀ ਕੋਈ ਵੀ ਕਮੀ ਨਹੀਂ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਕਰੋਨਾ ਦੀ ਪਹਿਲੀ ਅਤੇ ਦੂਜੀ ਡੋਜ਼ ਲਗਭਗ 100% ਲਾਗੂ ਹੋ ਚੁੱਕੀ ਹੈ, ਪਰ ਬੂਸਟਰ ਡੋਜ਼ ਨੂੰ ਲੈ ਕੇ ਕਮੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਬੂਸਟਰ ਡੋਜ਼ ਜ਼ਰੂਰ ਲੈਣੀ ਚਾਹੀਦੀ ਹੈ। ਮਾਸਕ ਪਹਿਨਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਵੀ ਹੁਕਮ ਆਵੇਗਾ ਉਸ ਦਾ ਪਾਲਨ ਕੀਤਾ ਜਾਏਗਾ। ਕੀ ਕੁਝ ਕਿਹਾ ਅਰਵਿੰਦ ਕੇਜਰੀਵਾਲ ਨੇ, आओ भी सुन लेते हैं। कोरोना के केसेस बहुत ज़्यादा बढ़ रहे हैं, जिसको लेके भारत में काफ़ी ज़्यादा कंसर्न है। चाइना में भी बढ़ रहे हैं और उसके अलावा कुछ और देश हैं जिसमें सुनने में आ रहा है कि कोरोना के केसेस बहुत ज़्यादा बढ़ रहे हैं। चाइना में जो वेरिएंट है वो है BF.7। सबसे पहले तो मैं बताना चाहता हूँ कि दिल्ली में BF.7 का एक भी केस नहीं मिला है। अभी फ़िलहाल घबराने की ज़रूरत नहीं है। ना केवल टेस्टिंग में मिला है, टेस्टिंग तो हम कर ही रहे हैं, जो भी कोरोना के केसेस आ रहे हैं उनकी जीनोम टेस्टिंग हो रही है। ना केवल टेस्टिंग में बल्कि हम कई जगह से, स्पेसिफिकली दिल्ली के 7 अलग अलग जगह से सीवेज उठाते हैं। सीवेज से एडवांस में पता चल जाता है कि आने वाले समय कि शहर में ये वाला वायरस है कि नहीं है। तो 7 अलग अलग जगह से डेली सीवेज उठा के और उसको टेस्ट किया जाता है, उसमें भी BF.7 अभी तक नहीं मिला है। दिल्ली में अभी जो भी थोड़े बहुत केसेस आ रहे हैं वो XBB वेरिएंट के हैं, या तो XBB वेरिएंट है या उसके सब लीनिएज है XBB। ये 92% केसेस जो दिल्ली में मिल रहे हैं वो XBB वेरिएंट के हैं। अभी तक फ़िलहाल कोई भी घबराने की ज़रूरत नहीं है। दिल्ली के लोगों को मैं आश्वासन देना चाहता हूँ कि फ़िलहाल कोई भी घबराने की ज़रूरत नहीं है। और बाई चांस, भगवान ना करे कि दोबारा कोरोना फैले, लेकिन बाई चांस अगर फैलता है तो हम अपनी तरफ से पूरी तैयारी के साथ हैं। आपकी सरकार पूरी तैयारी किए हुए है। एक तो जितने केसेस आ रहे हैं भारत सरकार की डायरेक्शन के मुताबिक हम सारे केसेस की, जितने पॉजिटिव केस आते हैं सबकी जीनोम सीक्वेंसिंग कराते हैं कि वो उसमें कौन सा वेरिएंट है। दूसरा, हमारी आज दिल्ली में लगभग 2500 केसेस की टोटल टेस्टिंग होती है डेली। हमारी कैपेसिटी 1 लाख तक पहुंच गई है। अगर ज़रूरत पड़ेगी तो हम 1 लाख टेस्ट्स डेली भी कर सकते हैं। आज हमारे पास 8000 बेड्स कोरोना के लिए अलग से रखे हुए हैं। अगर ज़रूरत पड़ेगी तो 8000 बेड्स अभी फ़िलहाल खाली हमने रखे हुए हैं। पिछली लास्ट जो कोरोना की पीक आई थी उसमें 25,000 बेड्स तक हम लेके गए थे। इसको भी इस बार हमारी तैयारी 36,000 बेड्स तक की है। अगर ज़रूरत पड़ेगी तो हम 36,000 बेड्स कोरोना के तैयार कर सकते हैं। पिछली बार ऑक्सीजन की काफ़ी दिक्कत हुई थी। ऑक्सीजन की सबसे बड़ी दिक्कत ये हुई थी कि एक तरफ तो ऑक्सीजन मिल नहीं रही थी, दूसरी तरफ ऑक्सीजन अगर मिलती भी थी तो दिल्ली में हमारे पास स्टोर करने की कैपेसिटी नहीं थी। वो हमने अब बढ़ा ली है। आज हमारे पास 928 मीट्रिक टन ऑक्सीजन स्टोर करने की कैपेसिटी है। 928 मीट्रिक टन्स। इसमें पिछली बार आपको याद होगा कि सबसे ज़्यादा दिक्कत थी, सिलेंडर नहीं मिल रहे थे। सब आदमी मतलब अपने अपने मरीज को लेके एक सिलेंडर ऑक्सीजन ढूंढ रहे थे, सिलेंडर नहीं मिल रहे थे।
अभी हमारे पास जितने सिलेंडर्स हैं पूरी दिल्ली में सब अस्पतालों में जो लगे हुए, उसके अलावा 6000 सिलेंडर्स हमारे पास रिजर्व में अभी खाली पड़े हुए हैं। ज़रूरत पड़ेगी तो इनको, पिछली बार जब पीक आई थी तो हमने ये 6000 सिलेंडर्स चाइना से इंपोर्ट किए थे और ये 6000 रिजर्व में पड़े हुए हैं हमारे पास सिलेंडर्स। पिछली बार एक दिक्कत ये आई थी कि XYZ स्टेट कह देता था कि ठीक है आप ऑक्सीजन उठा लो, हमारे पास ऑक्सीजन लाने के लिए टैंकर्स नहीं थे और कहीं से टैंकर उपलब्ध नहीं हो पा रहे थे। आज हमारे पास दिल्ली सरकार के पास अपने 12 टैंकर हैं और 3 प्राइवेट में अवेलेबल है, तो 15 टैंकर दिल्ली के पास अवेलेबल है। अगर ज़रूरत पड़ेगी तो हम ऑक्सीजन को ट्रांसपोर्ट करने के लिए हमने अपने टैंकर्स की भी व्यवस्था कर ली है। दिल्ली में फर्स्ट डोज और सेकेंड डोज लगभग 100% लोगों को लग चुकी है। प्रिकॉशन डोज जो है वो बहुत कम लोगों ने लगाई है, केवल 24% लोगों ने लगवाई है। मेरी हाथ जोड़ के सब लोगों से अब निवेदन है कि दिल्ली सरकार, आज ये मीटिंग में भी मैंने सबको कहा कि हमें दोबारा एक एक्सरसाइज करनी चाहिए कि घर घर जाके प्रिकॉशन डोज लगाई जाए। तो सब लोगों से, लोग लगाते नहीं हैं, घर घर जाते भी हैं हमारे डॉक्टर्स लगाने के लिए तो भी नहीं लगवाते। सबसे निवेदन है कि प्रिकॉशन डोज जरूर लगवा लें। एम्बुलेंसेज की भी पूरी तैयारी है, अभी 380 एम्बुलेंसेज हमारे पास रेडी हैं, लेकिन आज और भी एम्बुलेंसेज के लिए हमने ऑर्डर दे दिए हैं कि और एम्बुलेंसेज का भी प्रोक्योरमेंट शुरू कर दिया जाए। तो मोटे मोटे तौर पे हम तैयार हैं और भगवान ना करे कि कोरोना फैले, दिल्ली में कोरोना आए, भारत में कोरोना आए, लोग सुरक्षित रहें, स्वस्थ रहें, ऐसी भगवान से प्रार्थना है। ਤੇ ਉਧਰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਮੌਜੂਦਾ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਜੋੜਾ ਮਾਜਰਾ ਨੇ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ ਦੇ ਵਿੱਚ ਕੋਰੋਨਾ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੌਜੂਦਾ ਬੈੱਡ, ਕ੍ਰਿਟੀਕਲ ਕੇਅਰ ਅਤੇ ਨਾਲ ਹੀ ਦਵਾਈਆਂ ਨੂੰ ਲੈ ਕੇ ਵੀ ਸਾਰੀ ਸਮੀਖਿਆ ਕੀਤੀ ਗਈ ਹੈ। ਜੋੜਾ ਮਾਜਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਕੇਂਦਰ ਸਰਕਾਰ ਵੱਲੋਂ ਕੋਰੋਨਾ ਦੀ ਰੋਕਥਾਮ ਸੰਬੰਧੀ ਜੋ ਵੀ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ ਉਹਨਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ। ਕੀ ਕੁਝ ਕਿਹਾ ਜੋੜਾ ਮਾਜਰਾ ਨੇ, ਆਓ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਚੇਤਨ ਸਿੰਘ ਜੋੜਾ ਮਾਜਰਾ, ਹੈਲਥ ਮਿਨਿਸਟਰ ਪੰਜਾਬ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਲਗਾਤਾਰ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਿਹਤ ਦੇ ਵਿੱਚ ਬਹੁਤ ਸਾਰਾ ਜਿਹੜਾ ਕੰਮ ਕਰ ਰਹੇ ਨੇ। ਉਹਦੇ ਸੰਦਰਭ ਦੇ ਵਿੱਚ ਹੀ ਅਸੀਂ ਜਿਹੜਾ ਕਰੋਨਾ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਸੀ, ਉਹਦੇ ਸੰਬੰਧ 'ਚ ਅੱਜ ਦਾ ਜਿਹੜੀ ਅੱਜ ਤੱਕ ਦੀ ਜੋ ਰਿਪੋਰਟ ਹੈ ਉਹਦੇ ਮੁਤਾਬਿਕ ਸਾਡੇ ਕੁੱਲ ਐਕਟਿਵ ਜਿਹੜੇ ਪੋਜ਼ਿਟਿਵ ਕੇਸ ਹੈਗੇ ਆ ਉਹ 9 ਨੇ ਔਰ ਉਹਦੇ ਨਾਲ ਹੀ ਜਿਹੜੇ 16 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਆ, ਐਕਟਿਵ ਕੇਸ ਆ, ਉਹ ਨਹੀਂ ਹੈ। ਔਰ ਉਹਦੇ ਨਾਲ ਹੀ ਹੁਣ ਤੱਕ ਅਸੀਂ 2,10,77,118 ਸੈਂਪਲ ਲਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 7,85,375 ਪੋਜ਼ਿਟਿਵ ਪਾਏ ਗਏ ਹਨ। ਔਰ ਸਾਡੇ ਵੱਲੋਂ ਜਿਹੜੀ ਆ ਕੋਈ ਰੱਬ ਨਾ ਕਰੇ ਕੋਈ ਐਦਾਂ ਦੀ ਵੇਵ ਦੁਬਾਰਾ ਆਉਂਦੀ ਆ, ਉਹਦੇ ਵੱਲੋਂ ਸਾਡੇ ਵੱਲੋਂ ਜਿਹੜੀ ਪੂਰਾ ਤਿਆਰੀ ਜਿਹੜੀ ਕੀਤੀ ਗਈ ਆ। ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡੈਡੀਕੇਟਡ ਬਾਲ ਚਿਕਿਤਸਾ ਜਿਹੜੇ ਦੇਖਭਾਲ ਯੂਨਿਟ ਨੇ ਉਹਨਾਂ ਦੀ ਸਥਾਪਨਾ ਕੀਤੀ ਗਈ ਹੈ ਔਰ 790 ਲੈਵਲ 2 ਔਰ ਪੈਡੀਐਟ੍ਰਿਕ ਆਕਸੀਜਨ ਸਮਰਪਿਤ ਬੈੱਡ ਅਤੇ 324 ICU ਬੈੱਡ ਨੇ ਜਿਹੜੇ ਉਹ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਪੈਡੀਐਟ੍ਰਿਕ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਕੀਤੀ ਗਈ ਔਰ ਐਡੀਸ਼ਨਲ ਬਾਲਗ ਬੈੱਡਾਂ ਦੀ ਸਥਾਪਨਾ ਜਿਹੜੀ ਉਹ 3518 ਲੈਵਲ 2 ਬਾਲਗ ਬੈੱਡ ਅਤੇ 142 ਨੇ ਜਿਹੜੇ ICU ਬੈੱਡ ਨੇ ਉਹਨਾਂ ਦੀ ਜਿਹੜੀ ਸਥਾਪਨਾ ਜਿਹੜੀ ਕੀਤੀ ਗਈ ਆ। LMO ਲਿਕੁਇਡ ਮੈਡੀਕਲ ਆਕਸੀਜਨ ਨੇ ਜਿਹੜੇ ਉਹਨਾਂ ਦੇ ਪਲਾਂਟ ਜਿਹੜੇ ਸਥਾਪਿਤ ਕੀਤੇ ਗਏ ਨੇ ਤਾਂ ਕਿ ਜੇ ਕੋਈ ਸਾਨੂੰ ਲੋੜ ਪੈਂਦੀ ਹੈ ਤਾਂ ਉਹ ਅਸੀਂ ਉੱਥੋਂ ਜਿਹੜਾ ਵਰਤ ਸਕੀਏ। ਸੋ ਸਾਡੇ ਵੱਲੋਂ ਜਿਹੜੀ ਕਰੋਨਾ ਦੇ ਲਈ ਲੜਨ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਹਰ ਇੱਕ ਤਿਆਰੀ ਦੀ ਜਿਹੜੀ ਆ ਉਹ ਕੀਤੀ ਗਈ ਹੈ। ਸੋ ਅਸੀਂ ਕੋਈ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਇਦਾਂ ਦੀ ਨਹੀਂ ਆਉਂਦਾ। ਧੰਨਵਾਦ ਜੀ। ਤੇ ਉਧਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਨਵਰੀ ਵਿੱਚ ਪੰਜਾਬ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ ਅਤੇ ਇਸ ਯਾਤਰਾ ਦੀ ਸਫਲਤਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਬੈਠਕ ਅਤੇ ਰੈਲੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਸਿਲਸਿਲੇ ਵਿੱਚ ਕਾਂਗਰਸ ਪ੍ਰਧਾਨ ਨੇ ਅੱਜ ਬਠਿੰਡਾ ਵਿਖੇ ਇੱਕ ਵੱਡੀ ਰੈਲੀ ਕੀਤੀ ਅਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਰਾਜਾ ਵੜਿੰਗ ਨੇ ਕੋਰੋਨਾ ਦੀ ਆਹਟ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਯਾਤਰਾ ਤੇ ਚੁੱਕੇ ਜਾ ਰਹੇ ਸਵਾਲਾਂ ਤੇ ਵੀ ਪ੍ਰਤੀਕਿਰਿਆ ਦਿੱਤੀ। ਇੱਕ ਪਾਸੇ ਰਾਜਾ ਵੜਿੰਗ ਨੇ ਕਿਹਾ ਕਿ ਬੀਜੇਪੀ ਵਾਲੇ ਇਸ ਯਾਤਰਾ ਤੋਂ ਘਬਰਾ ਗਏ ਨੇ ਤੇ ਇਸ ਲਈ ਯਾਤਰਾ ਨੂੰ ਰੋਕਣ ਲਈ ਕੋਰੋਨਾ ਦਾ ਹਥਿਆਰ ਵਰਤਿਆ ਜਾ ਰਿਹਾ ਹੈ। ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਭਵਿੱਖ ਦੇ ਅੰਦਰ ਜੇਕਰ ਕੋਰੋਨਾ ਦੇ ਮਾਮਲੇ ਵੱਧਦੇ ਹਨ ਤਾਂ ਸਥਿਤੀ ਕੁਝ ਵੀ ਹੋ ਸਕਦੀ ਹੈ। ਤੇ ਨਾਲ ਹੀ ਰਾਜਾ ਵੜਿੰਗ ਨੇ ਜੀਰਾ ਸ਼ਰਾਬ ਫੈਕਟਰੀ ਮਾਮਲੇ, ਪੰਜਾਬ ਅੰਦਰ ਨਿਵੇਸ਼, ਲਾਅ ਐਂਡ ਆਰਡਰ ਵਰਗੇ ਮੁੱਦਿਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਤੇ ਹਰ ਫਰੰਟ ਤੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਕੀ ਕੁਝ ਕਿਹਾ ਆਓ ਵੀ ਸੁਣ ਲੈਂਦੇ। ਹੁਣ ਕੇਂਦਰ ਦੀਆਂ ਲੱਤਾਂ ਕੰਬਣ ਲੱਗ ਪਈਆਂ ਰਾਹੁਲ ਗਾਂਧੀ ਦੀ ਚਾਲ ਨੂੰ ਵੇਖ ਕੇ। 4000 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਿਹਾ। ਜੋ ਰਿਸਪੌਂਸ ਰਾਹੁਲ ਗਾਂਧੀ ਨੂੰ ਮਿਲਿਆ ਭਾਰਤ ਜੋੜੋ ਯਾਤਰਾ ਦੇ ਵਿੱਚ, ਇਸ ਤੋਂ ਡਰਦਿਆਂ ਹੋਇਆਂ ਹੁਣ ਕੋਵਿਡ ਦਾ ਰੌਲਾ ਪਾ ਰਿਹਾ, ਕੋਵਿਡ ਦਾ ਵਾਸਤਾ ਦੇ ਰਿਹਾ। ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਬਹੁਤ ਵਾਰ ਕੇਂਦਰ ਨੇ ਛੱਡੀ, ਲੇਕਿਨ ਭਾਰਤ ਜੋੜੋ ਯਾਤਰਾ ਚੱਲਦੀ ਰਹੇਗੀ। ਫੈਸਲਾ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਕਰਨਾ, ਜੋ ਕਹਿਣਗੇ ਉਵੇਂ ਕਰਨਾ। ਅੱਛਾ, ਕੈਪਟਨ ਅਮਰਿੰਦਰ ਸਿੰਘ ਪਾਸੇ ਸੀਐਮ ਅੱਜ ਮੀਟਿੰਗਾਂ ਬੁਲਾ ਰਹੇ ਨੇ ਕੋਵਿਡ ਨੂੰ ਲੈ ਕੇ, ਕਿਵੇਂ ਦੇਖਦੇ ਹੋ? ਬਿਲਕੁਲ ਠੀਕ ਹੈ। ਹੋ ਸਕਦਾ ਕਿ ਕੋਵਿਡ ਦੇ ਪਿੱਛੇ ਕੋਈ ਸੈਂਸਿਟਿਵ ਇਸ਼ੂ ਹੋਣ, ਮੈਂ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ, ਲੇਕਿਨ ਕਿੱਦਾਂ ਅਗਲਾ ਫੈਸਲਾ ਲੈਣਾ ਹੈ। ਮੈਂ ਨਹੀਂ ਕਹਿੰਦਾ ਕਿ ਕੋਈ ਵੇਰੀਐਂਟ ਨਹੀਂ ਹੈ, ਕੋਈ ਕੋਵਿਡ ਆ ਨਹੀਂ ਸਕਦਾ, ਕਿਉਂਕਿ ਮੈਂ ਉਸ ਪਦ ਤੇ ਬੈਠਾ ਹਾਂ। ਜ਼ਿੰਮੇਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ, ਪਰ ਹਜੇ ਤੱਕ ਕੋਵਿਡ ਨਾਂ ਦੀ ਕੋਈ ਚੀਜ਼ ਸਾਡੇ ਪੰਜਾਬ ਦੇ ਵਿੱਚ ਹੈ ਨਹੀਂ। ਹੋ ਸਕਦਾ ਕੱਲ ਨੂੰ ਆ ਜੇ, ਇਹ ਤਾਂ ਕਿਸੇ ਨੂੰ ਪਤਾ ਨਹੀਂ ਨਾ, ਇਹਦੇ ਪਿੱਛੇ ਸਰਕਾਰਾਂ ਨੇ ਸਾਨੂੰ ਦੱਸਣਾ, ਲੇਕਿਨ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਕੇਸਿਸ ਆਇਆ ਨਹੀਂ। ਪੰਜਾਬ 'ਚ ਭਗਦਾ ਮੁੱਦਾ ਜੀਰਾ ਫੈਕਟਰੀ ਹੈ ਜੀ, ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ? ਦੇਖੋ, ਜੀਰਾ ਫੈਕਟਰੀ ਤੇ ਜੋ ਹੋਇਆ ਠੀਕ ਹੈ, ਕਾਨੂੰਨ ਨੇ ਫੈਸਲਾ ਕਰਤਾ, ਲੇਕਿਨ ਇਹਨਾਂ ਨੂੰ ਪਹਿਲਾਂ 4 ਮਹੀਨੇ ਪਹਿਲਾਂ ਤਵੱਜੋ ਦੇਣੀ ਚਾਹੀਦੀ ਸੀ। ਔਰ ਜਿਸ ਤਰ੍ਹਾਂ ਉਹਨਾਂ ਨਾਲ ਧੱਕਾ ਕੀਤਾ ਗਿਆ, ਕੁੱਟਿਆ ਗਿਆ, ਮਾਰਿਆ ਗਿਆ, ਠੁੱਡੇ ਮਾਰੇ ਗਏ, ਔਰਤਾਂ ਨੂੰ ਜੇਲ੍ਹ ਭੇਜਿਆ ਗਿਆ, ਪਰਚੇ ਕਰ ਦਿੱਤੇ ਗਏ, ਉਹ ਨਹੀਂ ਹੋਣਾ ਚਾਹੀਦਾ ਸੀ। ਬਾਕੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਰਾਜਾ ਵੜਿੰਗ। ਕਿਉਂਕਿ ਜੇ ਕਾਨੂੰਨ ਨਹੀਂ ਹੋਏਗਾ ਤਾਂ ਫਿਰ ਕੰਮ ਸਭ ਖਤਮ ਹੋ ਜਾਏਗਾ ਜੀ। ਹੈਦਰਾਬਾਦ ਇੰਡਸਟਰੀਲਿਸਟਾਂ ਗੱਲ ਕਰਦੇ ਫਿਰਦੇ ਆ, ਪੰਜਾਬ ਵਾਲੇ ਯੂਪੀ ਜਾਣ ਨੂੰ ਫਿਰਦੇ ਆ, ਇਹ ਵੀ ਇੱਕ ਸਾਜ਼ਿਸ਼ ਹੈ। ਉਹਨਾਂ ਲੋਕਾਂ ਦੀ ਸਾਜ਼ਿਸ਼ ਹੈ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ। ਉਹ ਕਹਿੰਦੇ ਆਓ ਜਾਣਬੁੱਝ ਕੇ ਇੰਡਸਟਰੀ ਕਿਸੇ ਨੇ ਨਹੀਂ ਲਾਉਣੀ, ਜਾਣਬੁੱਝ ਕੇ ਇੱਕ ਮਾਹੌਲ ਬਣਾਉਣ ਵਾਸਤੇ ਕਿ ਉੱਤਰ ਪ੍ਰਦੇਸ਼ ਪੰਜਾਬ ਦਾ ਇੰਡਸਟਰੀਲਿਸਟ ਗਿਆ, ਪਰ ਇੱਥੇ ਵੀ ਆਉਣ ਲਈ ਕੋਈ ਤਿਆਰ ਨਹੀਂ। ਅੱਛਾ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਇਸ ਤਰ੍ਹਾਂ ਲੋਕ ਨਹੀਂ ਜੁੜਨਗੇ ਜਿਸ ਤਰ੍ਹਾਂ ਭਾਰਤ ਜੋੜੋ ਯਾਤਰਾ ਚੱਲਦੀ ਹੈ ਰਾਹੁਲ ਗਾਂਧੀ। ਹਾਂ, ਉਹ ਤਾਂ ਜੁੜਨਗੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦੇਣ, ਫਿਰ ਜੁੜਨਗੇ। ਉਹਨੂੰ ਪੁੱਛੋ। ਅੱਛਾ, ਵੜਿੰਗ ਸਾਹਿਬ ਜੀ ਦਾ ਬਠਿੰਡੇ ਦੀ ਆਪਾਂ ਗੱਲ ਕਰੀਏ, ਬਠਿੰਡੇ ਵਿੱਚ 43 ਐਮਸੀ ਜਿੱਤੇ ਸੀ ਕਾਂਗਰਸ ਪਾਰਟੀ ਦੇ। ਅੱਜ ਤੁਸੀਂ ਤੁਹਾਡੀ ਰੈਲੀ ਹੋਈ ਹੈ, ਪੂਰੇ ਐਮਸੀ ਇੱਥੇ ਮੌਜੂਦ? ਕੋਈ ਗੱਲ ਨਹੀਂ ਯਾਰ, ਕਈ ਐਮਸੀਆਂ ਨੂੰ ਕੰਮ ਵੀ ਹੋ ਸਕਦਾ ਹੈ, ਜ਼ਰੂਰੀ ਤਾਂ ਨਹੀਂ ਸਾਰੇ ਐਮਸੀ ਹੋਣਗੇ। ਬਹੁਤ ਬਥੇਰੇ ਪਿੰਡਾਂ ਦੇ ਸਾਡੇ ਸਰਪੰਚ ਵੀ ਨਹੀਂ ਆਏ, ਸਾਰੇ ਆਏ ਆ। ਉਹ ਭਾਜੀ ਮੈਂ ਕਿਹਾ ਨਾ ਵੀ ਆਏ ਹੁਣ ਤਦ ਕੀ ਗੱਲ ਹੈ। ਅੱਛਾ, ਸਿੱਧੂ ਮੂਸੇਵਾਲੇ ਨੂੰ 7 ਮਹੀਨੇ ਹੋ ਗਏ, ਕੋਈ ਇਨਸਾਫ ਨਹੀਂ ਮਿਲ ਰਿਹਾ ਪੂਰਨ ਤੌਰ ਤੇ। ਕੱਲ ਚਰਨਜੀਤ ਚੰਨੀ ਵੀ ਗਏ ਸੀ ਮੂਸਾ ਪਿੰਡ, ਉਹਨਾਂ ਦੇ ਪਰਿਵਾਰ ਨੂੰ ਮਿਲਿਆ। ਬਿਲਕੁਲ, ਮੈਂ ਸਮਝਦਾ ਕਿ ਮੂਸੇ ਵਾਲੇ ਪਰਿਵਾਰ ਦੀ ਤਸੱਲੀ ਕਰਾਉਣਾ, ਮੂਸੇ ਵਾਲੇ ਪਰਿਵਾਰ ਦੀ ਸੈਟੀਸਫਾਈਡ ਉਹਨਾਂ ਨੂੰ ਕਰਾਉਣਾ, ਇਹ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ। ਅੱਛਾ, 1000 ਰੁਪਏ ਮਹਿਲਾਵਾਂ ਨੂੰ ਨਹੀਂ ਮਿਲਿਆ। ਕਿਹੜੇ 1000 ਰੁਪਏ ਬਾਈ ਜੀ? ਸਾਨੂੰ 1000 ਰੁਪਇਆ ਨਹੀਂ ਚਾਹੀਦਾ, ਸਾਨੂੰ ਕੋਈ ਵਾਅਦਾ ਨਹੀਂ। ਸਾਨੂੰ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਚਾਹੀਦੀ ਹੈ, ਉਹੀ ਕਰ ਦਿਓ। ਇੱਕ ਅਵਾਰਾ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਜੀ, ਕਿੰਨੇ ਐਕਸੀਡੈਂਟ ਕਰ। ਬਦਲਾਵ ਦੀ ਸਰਕਾਰ ਅਜੇ ਤੂੰ ਅਵਾਰਾ ਬੱਚਿਆਂ ਨੂੰ ਰੋਈ ਜਾਂਦਾ, ਇੱਥੇ ਬੱਚਿਆਂ ਨੂੰ ਚੱਕ ਚੱਕ ਕੇ ਰੋਜ਼ ਮਾਰੇ। ਕਿਸ ਤਰੀਕੇ ਨਾਲ ਦੇਖਦੇ ਹੋ? ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਛੱਡੋ, ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਦਾ। ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇ ਦਿਓ? ਪੰਜਾਬ ਵਿੱਚ ਆਏ ਦਿਨ ਵੱਡੀਆਂ ਘਟਨਾਵਾਂ ਵਾਪਰੀਆਂ, ਕਿਡਨੈਪਿੰਗ ਹੋ ਗਈ, ਫਰੋਡ। ਮੈਂ ਕੀ ਦੇਖਣਾ, ਮੇਰੇ ਤਾਂ ਗਿੱਦੜਬਾਹ ਦੇ ਲੋਕਾਂ ਨੂੰ ਫਰੋਤੀ ਚੱਕ ਲਿਆ ਗਿਆ 30 ਲੱਖ ਰੁਪਇਆ। ਤੁਸੀਂ ਦੇਖੋ, ਜਿਹੜੇ ਬੰਦੇ ਨੇ ਇੱਕ ਗੂੜੀ ਸੰਗਰ ਦਾ ਬੰਦਾ ਪਹਿਲਾਂ 9 ਮਹੀਨੇ ਚੱਕਿਆ ਸੀ, ਉਸ ਬੰਦੇ ਨੂੰ 8 ਦਿਨ ਪੁਲਿਸ ਨੇ ਰਿਮਾਂਡ ਦੇ ਵਿੱਚ CIA ਸਟਾਫ 'ਚ ਰੱਖਿਆ। ਉਸੇ ਬੰਦੇ ਨੇ ਕੋਟ ਭਾਈ ਦਾ ਕਤਲ ਕੀਤਾ। ਕਹਿਣ ਦਾ ਭਾਵ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਪੁਲਿਸ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਹਿਲਾਂ, ਹੁਣ ਉਹ ਮੰਨ ਗਿਆ। ਤੁਸੀਂ ਦੇਖੋ, CIA ਸਟਾਫ 'ਚ ਬੰਦਾ ਰਹਿ ਕੇ ਆਇਆ, ਪਹਿਲਾ ਮਰਡਰ ਕਰਕੇ ਉਹਨੇ ਸੇਮ ਨਾਲੇ 'ਚ ਸਿੱਟਤਾ, ਦੂਜਾ ਮਰਡਰ ਉਹ ਮੰਨ ਗਿਆ। ਪੰਜਾਬ ਦੀ ਪੁਲਿਸ ਸੁੱਤੀ ਪਈ ਹੈ। ਪੰਜਾਬ ਦੇ ਅੰਦਰ ਨਿਵੇਸ਼ ਲਿਆਉਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਦੇਸ਼ ਅਤੇ ਵਿਦੇਸ਼ ਦੇ ਦੌਰੇ ਕਰ ਰਹੇ ਨੇ, ਤਾਂ ਦੂਜੇ ਪਾਸੇ ਸਰਕਾਰ ਨੂੰ ਉਸ ਵੇਲੇ ਇੱਕ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਅੰਦਰ ਹੀ ਪਿਛਲੇ ਕਈ ਦਹਾਕਿਆਂ ਤੋਂ ਆਪਣੀ ਇੰਡਸਟਰੀ ਚਲਾ ਰਹੇ ਕਈ ਉਦਯੋਗਪਤੀਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਦੌਰਾਨ ਪੰਜਾਬ ਦੇ ਨਾਲ ਸੰਬੰਧਿਤ ਉਦਯੋਗਪਤੀਆਂ ਨਾਲ ਉੱਤਰ ਪ੍ਰਦੇਸ਼ ਦੇ ਅੰਦਰ ਕਈ ਤਰ੍ਹਾਂ ਦੀ ਇੰਡਸਟਰੀ ਲਗਾਉਣ ਲਈ ਕਰਾਰ ਵੀ ਕੀਤੇ ਗਏ। ਜਾਣਕਾਰੀ ਦੇ ਮੁਤਾਬਕ ਪੰਜਾਬ ਦੀ ਸਨਅਤ ਨਾਲ ਸੰਬੰਧਿਤ ਕਈ ਉਦਯੋਗਪਤੀਆਂ ਨੇ ਹਾਲ ਹੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਯੂਪੀ ਸਰਕਾਰ ਅਤੇ ਉਦਯੋਗਪਤੀਆਂ ਦੇ ਵਿਚਾਲੇ ਕਰੀਬ 2,30,000 ਕਰੋੜ ਦੇ ਕਾਰੋਬਾਰੀ ਸਮਝੌਤਿਆਂ ਦੇ ਦਸਤਕ ਵੀ ਹੋਏ। ਇਸ ਦੇ ਨਾਲ ਹੀ
ਇਹ ਸਾਰੇ ਉਦਯੋਗਪਤੀ यूपी ਸਰਕਾਰ ਦੁਆਰਾ ਫਰਵਰੀ ਵਿੱਚ ਆਯੋਜਿਤ ਕੀਤੀ ਜਾ ਰਹੀ ਉਦਯੋਗਿਕ ਮੀਟ ਦੇ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। यूपी ਦੇ ਮੁੱਖ ਮੰਤਰੀ ਦੇ ਨਾਲ ਇਹ ਬੈਠਕ ਅਟਲ ਪੂਰਵਾਂਚਲ ਉਦਯੋਗਿਕ ਵਿਕਾਸ ਪ੍ਰੀਸ਼ਦ ਦੇ ਬੈਨਰ ਹੇਠ ਹੋਈ। ਇਸ ਮੀਟਿੰਗ ਵਿੱਚ ਚੈਂਬਰ ਆਫ ਇੰਡਸਟਰੀਜ਼ ਐਂਡ ਕਮਰਸ਼ੀਅਲ ਅੰਡਰਟੇਕਿੰਗ ਲੁਧਿਆਣਾ ਦੇ ਮੁਖੀ TR ਮਿਸ਼ਰਾ ਨੇ ਸਾਰੇ ਉਦਯੋਗਪਤੀਆਂ ਦੀ ਅਗਵਾਈ ਕੀਤੀ। ਇਸ ਬੈਠਕ ਦੇ ਦੌਰਾਨ यूपी ਸਰਕਾਰ ਨੇ ਉਦਯੋਗਾਂ ਨੂੰ ਸਸਤੀਆਂ ਦਰਾਂ ਤੇ 24 ਘੰਟੇ ਬਿਜਲੀ, ਕਾਨੂੰਨ ਵਿਵਸਥਾ ਦੀ ਗਾਰੰਟੀ ਤੇ ਹੋਰ ਰਿਵਾਇਤਾਂ ਦੇਣ ਦਾ ਵਾਅਦਾ ਕੀਤਾ। ਇਹ ਵਫਦ ਕਰੀਬ 15 ਦਿਨ ਤੱਕ यूपी ਦੇ ਵਿੱਚ ਰਿਹਾ ਅਤੇ ਉੱਥੇ ਚੱਲ ਰਹੇ ਉਦਯੋਗਾਂ ਨੂੰ ਦੇਖਿਆ। ਇਹਨਾਂ ਕਾਰੋਬਾਰੀ ਕਰਾਰਾਂ ਤੋਂ ਬਾਅਦ TR ਮਿਸ਼ਰਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਇੰਡਸਟਰੀ ਨੂੰ ਚਲਾਉਣ ਲਈ ਸੂਬੇ ਅੰਦਰ ਆ ਰਹੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਸੰਬੰਧੀ ਪੰਜਾਬ ਸਰਕਾਰ ਨੂੰ ਘੇਰਿਆ। ਪੰਜਾਬ ਦੇ ਇਹਨਾਂ ਕਾਰੋਬਾਰੀਆਂ ਦੀ यूपी ਯਾਤਰਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਮਾਨ ਸਰਕਾਰ ਨੂੰ ਘੇਰਿਆ। ਬੈਠਕ ਤੋਂ ਬਾਅਦ TR ਮਿਸ਼ਰਾ ਅਤੇ ਅਕਾਲੀ नेता विक्रमजीत सिंह मजीठिया ने की कुछ किया, आओ भी सुन लेने। सर, मुलाकात करने का हम लोगों का एक ही मोटिव था, क्योंकि हम लोग उत्तर प्रदेश से ही आए थे और करीब 50 साल पहले आए थे। 50 साल पहले आने के बाद में हमने उस समय कोई पंजाब इतना ग्रोमिंग पे था, इतना तरक्की नहीं हुई थी, और हम लोगों ने मेहनत करके यहाँ पंजाब को 1 नंबर इकोनॉमिक स्टेट में पहुँचा दिया। उसके बाद पिछले 5-10 सालों से सरकारों की उपेक्षा के कारण हमारे उद्योग धंधे आज 24वें नंबर पे पहुंच गए हैं, और वो दिन दूर नहीं कि जैसे जो हालत चल रही है उसके बाद हम वो पूरे देश में सबसे नीचे वाले स्तर पे आ जाएंगे। इन सब चीज़ों को देखते हुए हम लोग काफ़ी तलाश कर रहे थे कि कहीं हमारे फ्रेंडली इन्वायरमेंट मिलता है इंडस्ट्री के लिए, उस तरफ हम लोग मूव करें। ऐसा हम लोगों को बहुत अच्छा मौका मिला। कुछ लोग अफसर यहाँ पे आए यूपी से, उन्होंने इंडस्ट्रियल पॉलिसी यूपी की बताई। उसके बाद हम लोग गए वहाँ के मुख्यमंत्री को और बाकी सब इंडस्ट्री मिनिस्टर, इंडस्ट्रियल एडवाइज़र और जो उप मुख्यमंत्री, सभी लोगों को मिले। सारी चीज़ें देखने के बाद फिर हम लोगों ने मन बनाया कि हाँ, हमें इन्वेस्टमेंट करना है। इसके बाद हमारे 57 के करीब में इंडस्ट्रियलिस्ट गए थे हमारे साथ। मेन नाम है जैसे ओंकार सिंह जी पावा एवं साइकिल के, जैसे पंकज मुंजाल जी हीरो साइकिल के, यहाँ से सतपाल सैनी जी थे, वो अपना डिफेंस का जो है कॉस्टिंग का काम करते हैं, और हौजरी वाले थे। हौजरी के साथ साथ में डिफरेंट टाइप के इंडस्ट्रियाँ जो थी ना, साइकिल इंडस्ट्री, हौजरी इंडस्ट्री, स्पिनिंग मिल के शत्रुघ्न तिवारी थे, ये सब अपना स्पिनिंग के इनकी वुलन मिल है। तो ये सब चीज़ें सभी तरह के इंडस्ट्रीज गए थे और वहाँ पे उनकी पॉलिसी देखी। तो उसमें पॉलिसी में मैं आपसे बताना चाह रहा हूँ कि पॉलिसी में बड़ा अच्छा उनके हुआ कि 30% तो सब्सिडी है टोटल प्लांट एंड मशीनरी पे, 9% जो स्टेट की GST होती है वो उन्होंने 8 साल तक के लिए एग्जम्पशन दिया है। इसके अलावा जो आप ज़मीन लेंगे उस पर जो स्टॉम्प ड्यूटी रजिस्ट्री की लगेगी वो भी 100% गवर्नमेंट ने पे करना। सबसे बड़ी बात थी कि वहाँ पे इन्वायरमेंट अब जो फ्रेंडली किया हुआ है, क्योंकि अपराधीकरण ख़त्म हो गया है, शांति जो चाहिए इंडस्ट्री के लिए वो वहाँ पे शांति का माहौल हुआ है। और हम लोग पहले सेंट्रल और स्टेट गवर्नमेंटों से उपेक्षित थे। अलग अलग स्टेटों को गवर्नमेंट ने पहले स्पेशल इकोनॉमिक जोन दिया, उनको 10-10 साल की एग्जम्पशन दी, उसकी वजह से हम लोग पंजाब वाले भी काफ़ी पिटे। तो ये तो थी पॉलिसी है गवर्नमेंट की। अब जो देख रहे हैं वो लॉ एंड ऑर्डर की हालत बहुत ख़राब है। जैसे गैंगवार चल रहा है पंजाब में गैंगवार चल रहा है, लूट घसोल चल रही है, अपराधीकरण बहुत अपनी चरम सीमा पे पहुंच गया है। इस करके ये देखा जाता है कि यहाँ पर ना तो इंडस्ट्रीज जो है मतलब सेफ है, सुरक्षित है, और ना ही अपना लेबर या व्यापारी। कहीं भी होता है तो फिरौतियों की मांग की जाती है, सरेआम कत्ल मर्डर ये सब होते हैं। तो इस करके ये पहले वाली जैसे हम लोग आतंकवाद का दौर भुगत चुके हैं, लग रहा है कि उसी को दोहराने के कगार पे है। इसलिए अब अपने आप को सुरक्षित जहां हम समझेंगे उस हिसाब से देखना शुरू किया। पहले MP देखा, उत्तराखंड देखा, उसके बाद ये लगा कि यूपी की पॉलिसी पूरे भारत में सबसे अच्छी है।
इसलिए फिर हम लोग उत्तर प्रदेश में निवेश करने का मन बनाया। सत श्री अकाल जी। कल की जो खबर आई है साਰਿਆਂ ਦੇ ਸਾਹਮਣੇ, उन्होंने भगवंत मान की ते आम आदमी पार्टी की सरकार की पोल खोलती है। एक पासे पंजाब के लोगों के खजाने की लुट भगवंत मान जी कर रहे हैं कि वो ਵੱਖ-ਵੱਖ सूबियां च, कदे तमिलनाडु कदे तेलंगाना, ਵੱਖ-ਵੱਖ सूबियां च जा रहे हैं और उत्थे इंडस्ट्रीलिस्टां नूं कह रहे हैं कि तुसीं पंजाब च आके अपना पूंजी निवेश करो, कि इन्वेस्ट करो पंजाब च आके। मगर असलीयत की है पंजाब की पिछले 8 महीनों की? लॉ एंड आर्डर के इन्ने बदतर हालात ने कि हर इंडस्ट्रीलिस्ट, हर प्रॉपर्टी डिवेलपर, हर डॉक्टर, हर क्लिनिक, हर वर्ग, हर दुकानदार तक फिरौतियां दे, एक्सटॉर्शन दे, मर्डर दे फोन कॉल्स आ गए और लॉ एंड ऑर्डर के मुद्दे ते भगवंत मान जी सुते हुए हैं। ये कला ते कला कदे गुजरात च ब्रेक डांस करते दिसते हैं, कदे हिमाचल च दिसते हैं और ये जाके दूजे सूबिया च सरकारी पैसा उजाड़ रहे हैं, सरकारी इश्तिहार दूजे सूबिया च जाके दे रहे कि पंजाब के हालात बहुत चंगे। मगर पंजाब के असल हालात की ने? ये पंजाब के इंडस्ट्रीलिस्टां ने कल जाके जद योगी साहब नाल, यूपी के चीफ मिनिस्टर नाल मीटिंग की और मीटिंग करने तो बाद योगी सरकार की जो इंडस्ट्रीयल पॉलिसी है और जो उन्होंने इंसेंटिव्स ने उन्होंने हाफ अक्की अंगारा दिता। एक तो एक गल स्पष्ट हो गई कि जी आम आदमी पार्टी की सरकार 8-9 महीनों च कोई इंडस्ट्रीयल पॉलिसी नहीं बना सकी है। पंजाब च हालात लॉ एंड ऑर्डर के हिजे हो गए आ, इंडस्ट्रीलिस्ट नूं एक बुरी नज़र नाल वेख्या जाता है। इन्हां नूं कोई सोसाइटी दे लई पॉजिटिव रवैये नाल नहीं सरकार वेख रही, माड़ी निगाह नाल उन्हां नूं वेख रही है और यही रिजल्ट है कि पंजाब के जिहड़े इंडस्ट्रीलिस्ट ने उन्हां नूं पंजाब की सरकार ते इस किस्म की बेविश्वासी हो गई है कि वो समझते हैं दे आर सेफर एंड बेटर इन्वेस्टिंग द मनी आउटसाइड पंजाब। एंड दिस इज द ट्रू पिक्चर। इसे करके पंजाब नूं पंजाब दे इंडस्ट्रीलिस्टां ने इन्वेस्टमेंट पक्षों रिजेक्ट करता है। दे आर लुकिंग फॉर अदर एवेन्यूज। इहदे नाल बड़े खतरनाक सिੱਟੇ निकलने। अगे पंजाब च नौकरी नहीं, मुख्यमंत्री साहब तां कहिंदे सी मैं गोरे लियाऊं, गोरे छड्डो, तुसीं अपणिआं नूं नौकरी दे दिओ, बड़ी प्राप्ति होगी। ते जे इंडस्ट्री चली गई ते नौकरी नहीं मिलनी, तुहाडा रेवन्यू डिग जाना। रेवन्यू डिग गया, थोड़े तो कोई स्कीम नहीं चलनी, थोड़े खर्चे नहीं निकलने, क्योंकि ये टैक्स पेयर्स ने, ये वो लोग ने जिहड़े नौकरी भी दिंदे इंडस्ट्रीलिस्ट साडे ते टैक्स भी दिंदे आ। और जिवें थोड़ी BMW की पोल खोली कि BMW आ रही सी, BMW वालियां ने करता कि नहीं, एक तुसीं होर प्लांट इनोगरेट किया है, मैनूं लगदा उहदा नाम वर्बो है, उन्होंने थोड़ी पोल खोल दी कि प्लांट तां चलदे नूं पहलां तो 2 साल का चलिया, कैप्टन साहब की सरकार वेले दा चल पिया। जो तुसी जाके दूजे सूबिया च कह रहे हो, इत्थे रह के कहने हो भगवंत मान जी कि पंजाब के हालात कोई नहीं, ते जदों जाने हो जर्मनी या जदों जाने हो तमिलनाडु, तेलंगाना, उदों फिर जिहड़े बादल साहब की सरकार वेले एयरपोर्ट बने, रोड इंफ्रास्ट्रक्चर बनया, मजबूरन तुहानूं ओदी फिर जाके असलीयत दसदे हो, सिफ्त करनी पैंदी है क्योंकि 9 महीनों च तुसी कुछ नहीं कीता। गेट योर एक्ट टुगेदर, डोंट ट्राई एंड चीट पीपल ऑफ पंजाब। जब पंजाब के लोगों नाल चीट कर रहे हो, तुसी अपने आप नूं चीट कर रहे हो, धरो कमा रहे हो। सो मैं आस करूंगा, उम्मीद करूंगा कि पंजाब के हालात ठीक करोगे, पंजाब लिए इंडस्ट्रीयल पॉलिसी लाओगे सो दैट इंडस्ट्री स्टेज इन पंजाब एंड डजंट रन। थैंक यू। ਤੇ ਉਧਰ ਗਵਾਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਦੇ ਅੰਦਰ ਆਏ ਦਿਨ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਕੜੀ ਦੇ ਤਹਿਤ ਬੀਤੀ ਦੇਰ ਰਾਤ ਭਾਰਤੀ ਖੇਤਰ ਦੇ ਵਿੱਚ ਪਾਕਿਸਤਾਨ ਡਰੋਨ ਨੇ ਇੱਕ ਵਾਰ ਫਿਰ ਦਸਤਕ ਦਿੱਤੀ। ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਨੇ ਫਿਰੋਜ਼ਪੁਰ ਸੈਕਟਰ ਦੇ ਵਿੱਚ ਹਰਭਜਨ ਨਾਮਕ ਸਰਹੱਦੀ ਚੌਂਕੀ ਦੇ ਨੇੜੇ ਦਸਤਕ ਦਿੱਤੀ, ਜਿਸ ਤੋਂ ਬਾਅਦ ਉੱਥੇ ਤੈਨਾਤ BSF ਦੇ ਜਵਾਨ ਤੁਰੰਤ ਹਰਕਤ ਵਿੱਚ ਆਏ ਅਤੇ ਡਰੋਨ ਨੂੰ ਉੱਥੇ ਹੀ ਸਿੱਟ ਲਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਵੱਲੋਂ ਇੱਥੇ ਡਰੋਨ ਭੇਜੇ ਜਾ ਰਹੇ ਨੇ, ਜਿਸ ਨਾਲ ਭਾਰਤੀ ਖੇਤਰ ਦੇ ਅੰਦਰ ਹੈਰੋਇਨ, ਨਜਾਇਜ਼ ਹਥਿਆਰ ਅਤੇ ਜਾਲੀ ਕਰੰਸੀ ਵੀ ਭੇਜੀ ਜਾ ਰਹੀ ਹੈ। ਉਧਰ ਸਰਹੱਦ ਤੇ ਡਰੋਨ ਨੂੰ ਸਿੱਟੇ ਜਾਣ ਤੋਂ ਬਾਅਦ SSP ਗੁਰਮੀਤ ਸਿੰਘ ਚੌਹਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ
ਤੇ ਕੀ ਕੁਝ ਕਿਹਾ ਆਓ ਸੁਣ ਲੈਂਦੇ ਹਾਂ। ਕੱਲ ਕਰੀਬ 8 ਵਜੇ ਦੇ ਸ਼ਾਮ ਪਿੰਡ ਕਲਸ BOP ਹਰਭਜਨ ਦੇ ਨੇੜੇ ਇੱਕ ਮੂਵਮੈਂਟ ਡਰੋਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਦੇ 101 ਬਟਾਲੀਅਨ ਦੇ ਮੌਕੇ ਤੇ ਜਿਹੜੀ ਡਿਪਲੋਇਮੈਂਟ ਹੈਗੀ ਹੈ ਉਹਨਾਂ ਨੇ ਇਹਨੂੰ ਰਿਐਕਟ ਕਰਦੇ ਹੋਏ ਫਾਇਰ ਕੀਤਾ ਤੇ ਇਹ ਜਿਹੜਾ ਹੈਗਾ ਡਰੋਨ ਰਾਤੀ ਗਿਰ ਗਿਆ। ਉਸੇ ਟਾਈਮ ਜਿਹੜੀ ਲੋਕਲ ਪੁਲਿਸ ਐਕਟੀਵੇਟ ਹੋਈ ਤਾਂ ਇਹ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ। ਅੱਜ ਸਵੇਰ ਡਿਊਰਿੰਗ ਦਿਸ ਜੁਆਇੰਟ ਸਰਚ ਆਪਰੇਸ਼ਨ ਇੱਕ ਡਰੋਨ ਜਿਹੜਾ ਕਿ ਕੁਆਡਕਾਪਟਰ ਹੈ, ਜਿਹਦੀ ਤਕਰੀਬਨ 3.5 ਤੋਂ ਲੈ ਕੇ 5 ਕਿਲੋ weight ਚੁੱਕਣ ਦੀ ਸ਼ਮਤਾ ਰੱਖਦਾ ਹੈ, ਉਹ ਇੱਥੋਂ ਖੇਤ ਦੇ ਵਿੱਚੋਂ ਬਰਾਮਦ ਹੋਇਆ। ਸਰ ਇਹਦੇ ਨਾਲ ਕੋਈ ਬਰਾਮਦੀ ਹੋਈ? ਫਿਲਹਾਲ ਹਾਲੇ ਤੱਕ ਨਹੀਂ ਹੋਈ ਹੈ, ਪਰ ਫਿਰ ਵੀ ਹਲੇ ਸਰਚ ਜਾਰੀ ਹੈ। ਤੇ ਕਿਉਂਕਿ ਇਹ ਕਈ ਦਿਨਾਂ ਤੋਂ ਬਾਅਦ ਐਕਟੀਵਿਟੀ ਹੁਣ ਹੋਈ ਆ ਆਫਟਰ ਏ ਗੈਪ, ਸੋ ਇਹ ਹਾਲੇ ਦੇਖਦੇ ਹਾਂ ਕਿ ਵੀ ਇਹਦੇ ਵਿੱਚੋਂ ਕਿਤੇ ਇਸ ਏਰੀਆ ਦੇ ਵਿੱਚ ਕਿਤੇ ਤੀਜੀ ਵਾਰ ਲਗਾਤਾਰ 1 ਮਹੀਨੇ 'ਚ ਹੋ ਗਈ ਹੈ ਜੀ। ਹਾਂਜੀ, ਪਰ ਨਾਲ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ ਕਿ 3 ਵਾਰੀ ਇਹ ਗਿਰਾਏ ਜਾ ਚੁੱਕੇ ਹੈ। ਤਾਂ ਤਕਰੀਬਨ ਜੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 6 ਤੋਂ ਵੱਧ ਜਿਹੜੇ ਡਰੋਨ ਇਸ ਏਰੀਆ ਦੇ ਵਿੱਚ ਗਿਰੇ ਨੇ, ਤੇ ਇਹ ਜਿਹੜੀ ਹੈਗੀ ਹੈ BSF ਦੀ ਤੇ ਅਲਰਟਨੈਸ ਹੈ, ਜਿਹਦੇ ਕਰਕੇ ਹੀ ਅਸੀਂ ਇਹ ਜਿਹੜੀ ਹੈਗੀ ਹੈ ਡਰੋਨ ਆਉਣ ਜਾਣ ਦਾ ਸਿਲਸਿਲਾ ਜਿਹੜਾ ਹੈ ਨਾਕਾਮ ਕਰ ਰਹੇ ਹਾਂ। ਇਹ ਸਰ ਡਿੱਗੇ ਟੁੱਟਾ ਜਾਂ ਤੋੜਿਆ ਗਿਆ ਜੀ? ਨਹੀਂ ਜੀ, ਉਹ ਗਿਰ ਗਿਆ, ਗਿਰ ਕੇ ਵੀ ਟੁੱਟ ਗਿਆ, ਕੁਝ ਫਾਇਰ ਲੱਗਿਆ ਹੋਣਾ ਜੀ ਉਹਦੇ 'ਚ। ਉਹ ਹੁਣ ਇਹਦੀ ਫੋਰੈਂਸਿਕ ਵਾਸਤੇ ਭੇਜ ਰਹੇ ਹਾਂ, ਤੇ ਜੋ ਵੀ ਇਹਦੀ ਫਰਦਰ ਐਨਾਲਿਸਿਸ ਹੋਊਗੀ ਉਹਦੇ 'ਚੋਂ ਇਹਦਾ ਡੇਟਾ ਵਗੈਰਾ ਸਾਰਾ ਰਿਟਰੀਵ ਕਰਕੇ ਦੇਖਦੇ ਹਾਂ ਇਹਦਾ ਫਲਾਈਟ ਪਾਥ ਕੀ ਹੈ। ਇਸ ਤੋਂ ਇਲਾਵਾ ਜਿਹੜੀ 28 ਤਰੀਕ ਨੂੰ 28/11 ਨੂੰ ਇੱਕ ਰਿਕਵਰੀ ਹੋਈ ਸੀ ਤਕਰੀਬਨ 7 ਕਿਲੋ ਹੈਰੋਇਨ ਦੀ, ਉਹ ਵੀ ਇਸੇ ਪਿੰਡ ਦੇ ਵਿੱਚ ਕਲਸ ਦੇ ਵਿੱਚ ਹੀ ਹੋਈ ਸੀ। ਉਹਦੇ ਮੁਕੱਦਮੇ ਦੀ ਤਫਤੀਸ਼ ਚੱਲ ਰਹੀ ਹੈ। ਉਸ ਦੇ ਤਫਤੀਸ਼ ਦੇ ਦੌਰਾਨ ਇੱਕ ਕੁਲਦੀਪ ਸਿੰਘ, ਕਿਹੜਾ ਪਿੰਡ, ਪੱਖਾ ਤਾਰਾ ਸਿੰਘ ਅਜਨਾਲੇ ਦਾ ਇੱਕ ਸ਼ਖਸ ਹੈ, ਉਹਨੂੰ 20 ਤਰੀਕ ਨੂੰ ਗ੍ਰਿਫਤਾਰ ਕੀਤਾ ਸੀ। ਉਹਦੇ ਰਿਮਾਂਡ ਦੇ ਦੌਰਾਨ ਉਹਦੇ ਤੋਂ ਜਿਹੜੀ ਹੈਗੀ ਹੈ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ, ਤੇ ਜਿਹੜੀ ਪਹਿਲਾਂ ਵਾਲੀ ਕੰਸਾਈਨਮੈਂਟ ਹੈ ਉਹ ਵੀ ਉਸੇ ਨੇ ਹੈਂਡਲ ਕੀਤੀ ਸੀ, ਜਿਹੜੀ 6-7 ਕਿਲੋ ਵਾਲੀ ਹੈ, ਤੇ ਉਹਨੇ ਅੱਗੇ ਡਿਸਟ੍ਰੀਬਿਊਸ਼ਨ ਜਿਹੜੀ ਕੀਤੀ ਹੈ। ਉਹ ਫਰਦਰ ਹੁਣ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੋਰ ਲੀਡਸ ਮਿਲਣਗੀਆਂ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਸਰ ਕੋਈ ਲੋਕਲ ਬੰਦਾ ਵੀ ਇਨਵੋਲਵ ਹੈ ਇੱਥੋਂ ਦਾ, ਕੋਈ ਲਾਗੇ ਹੋਣ? ਉਹ ਹਲੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ। ਜੇ ਆਊਗਾ ਤਾਂ ਬਿਲਕੁਲ ਹੁਣ ਇਹਦੀ ਪੁੱਛਗਿੱਛ ਦੇ ਵਿੱਚੋਂ ਜੇ ਕੋਈ ਸਾਹਮਣੇ ਆਏਗਾ ਤਾਂ ਫਿਰ ਉਸੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਸਰ 7 ਕਿਲੋ ਪਹਿਲਾਂ ਵੀ ਹੋਇਆ, ਉਸ ਤੋਂ ਪਹਿਲਾਂ ਵੀ ਕੋਈ ਉਹਨੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ? ਬਿਲਕੁਲ, ਇਹ ਹਲੇ ਜੋ ਹਲੇ ਤੱਕ ਆਇਆ ਪਹਿਲਾਂ ਵੀ ਇੱਥੇ ਆਉਂਦਾ ਰਿਹਾ, ਤੇ ਇਹ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਹਲੇ ਚੰਗੀ ਤਰ੍ਹਾਂ ਕਿ ਪਹਿਲਾਂ ਵਾਲਾ ਸਮਾਨ ਕਿੱਥੇ ਗਿਆ, ਕੀ ਉਹਦਾ ਮੂਵਮੈਂਟ ਕਿਹੜੇ ਦਿਨ ਦੀ ਹੋਈ ਵੀ ਹੈ। ਕੋਈ ਹੋਰ ਸਾਥੀ ਹੈ ਸਰ ਉਹਦੇ ਨਾਲ ਕਿ ਜਾਂ ਇਕੱਲਾ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ? ਇਹ ਫਿਲਹਾਲ ਜਿਹੜਾ ਇੱਥੇ ਆਉਂਦਾ ਇੱਥੇ ਇਕੱਲਾ ਹੀ ਆਇਆ, ਤੇ ਇਹਦੋਂ ਅੱਗੇ ਜਿਹੜੇ ਇਹਦੇ ਹੋਰ ਨਾਲ ਨੇ ਸ਼ਖਸ ਨੇ ਉਹਨਾਂ ਨੂੰ ਪੁੱਛਗਿੱਛ ਦੇ ਵਿੱਚ ਸਾਹਮਣੇ ਲਿਆਵਾਂਗੇ। ਸਰ ਅਜਨਾਲੇ ਤੋਂ ਇਸ ਸਾਈਡ ਤੇ ਆ ਰਿਹਾ ਕਿ ਗੱਡੀ, ਇਹਦੇ ਕੋਲੇ ਗੱਡੀ ਇੱਕ ਬਰਾਮਦ ਹੋਈ ਹੈ, ਸਵਿਫਟ ਗੱਡੀ ਹੈ। ਸਰ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਹੋਗਾ ਉਹਦੇ ਅਜਨਾਲੇ ਥਾਣੇ 'ਚ ਜਾਂ ਕੋਈ ਹੋਰ ਕੋਈ? ਇਹ 307 ਦਾ ਮੁਕੱਦਮਾ, ਹੋਰ ਇਹਦੇ 'ਚ ਕੋਈ ਹਲੇ ਬਾਕੀ ਹਲੇ ਮੈਟਰ ਕਰ ਰਹੇ ਹਾਂ ਜੀ, ਪੁੱਛਗਿੱਛ ਕਰ ਰਹੇ ਹਾਂ। ਕੋਈ ਹਥਿਆਰ ਵੀ ਇਹਨਾਂ ਕੋਲ ਬਰਾਮਦ ਹੋਇਆ? ਨਹੀਂ, ਹਥਿਆਰ ਨਹੀਂ ਸੀ। ਹਾਂਜੀ, ਤੇ ਇਹ ਸੀ ਅੱਜ ਦਾ ਪ੍ਰਾਈਮ ਟਾਈਮ। ਕੱਲ ਫਿਰ ਮਿਲਾਂਗੇ ਇਸੇ ਟਾਈਮ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।